ਤੁਸੀਂ ਵੀਕ ਹੋ ਜਾਂਦੇ ਹੋ, ਤੁਹਾਨੂੰ ਹਰ ਕੋਈ ਦੱਬਣ ਨੂੰ ਫਿਰਦਾ ਹੈ, ਤੁਹਾਡੀ ਪ੍ਰੋਪਰਟੀ ਦੇ ਉੱਪਰ ਕਬਜ਼ਾ ਕਰਨ ਨੂੰ ਫਿਰਦਾ ਹੈ। ਇਹ ਇੱਕ ਬਹੁਤ ਮੁਸ਼ਕਿਲ ਅਵਸਥਾ ਆ ਜਾਂਦੀ ਹੈ। ਲੋਕ ਤੁਹਾਡੇ ਆਸ-ਪਾਸ ਦੇ ਜੋ ਪ੍ਰਿਯਜਨ ਹੁੰਦੇ ਆ, ਤੁਹਾਡੇ ਲਵਡ ਵਨਸ ਹੁੰਦੇ ਆ, ਉਹ ਚਾਹੁੰਦੇ ਆ ਤੁਸੀਂ ਜਲਦੀ ਮਰ ਜਾਓ। मैं 5 साल तक सिर्फ एक बेड में ही घर पे ही रहता था। 5 साल तक मेरा जो पड़ोसी के जो छोटे बच्चे वो भी मेरे को पहचान नहीं पाते हैं। ਚੀਂਟੀਆਂ ਬਹੁਤ ਖਾ ਜਾਂਦੀਆਂ ਸੀ ਇਹਨੂੰ, ਚੂਹੇ ਖਾ ਜਾਂਦੇ ਸੀਗੇ। ਈਵਨ ਇੱਕ ਟਾਈਮ ਜ਼ਿੰਦਗੀ ਦਾ ਦੌਰ ਇੱਦਾਂ ਦਾ ਆਇਆ, ਇਹ ਰਾਜਸਥਾਨ ਦੇ ਵਿੱਚ ਜੈਪੁਰ ਦੇ ਵਿੱਚ ਮੈਂਟਲ ਹਸਪੀਟਲ 'ਚ ਜਾ ਕੇ ਰਹਿਣ ਲੱਗ ਗਿਆ ਸੀਗਾ। जैसे दरख्त का एक टहना होता है ना, उस साइज के पेड़ थे। इतना मोटा पैर हो गया था, खतरनाक थे। हाँ, उसमें कीड़े वगैरह सब कुछ पड़े हुए थे। मेरी मम्मी जी सब दुखी हो गए, कीड़े वगैरह पड़ गए तो मैं खुद टूट गया। मैं हमको तो मरना ही है, मर जाएंगे ऐसे भी। फिर मैंने वो पागल खाने में वहाँ चले गए। 32 ਸੈਕਟਰ ਗਵਰਨਮੈਂਟ ਹਸਪੀਟਲ ਚੰਡੀਗੜ੍ਹ ਦੀ ਗੱਲ ਕਰ ਰਹੇ ਹਾਂ। ਉੱਥੇ ਇੱਕ ਬੱਚੇ ਦੀ ਡੈਥ ਹੁੰਦੀ ਦੇਖੀ, ਸਿਰਫ 22 ਰੁਪਏ ਦੇ ਇੰਜੈਕਸ਼ਨ ਦੇ ਪਿੱਛੇ। ਬੜੀ ਨਾਰਮਲ ਜੀ ਗੱਲ ਹੈ। 5-5 ਸਾਲ 10-10 ਸਾਲ ਤੋਂ ਇਹ ਘਰਾਂ ਦੇ ਵਿੱਚ ਪਏ ਹੁੰਦੇ ਆ, ਔਰ ਯਕੀਨ ਮੰਨੋ ਇਹਨਾਂ ਨੂੰ ਇੰਨੇ ਸਾਲ ਧੁੱਪ ਤੱਕ ਦੇਖੇ ਹੋ ਜਾਂਦੇ। ਇਹਨਾਂ ਨੂੰ ਧੁੱਪ ਤੱਕ ਨਹੀਂ ਦੇਖੀ ਹੁੰਦੀ, ਕਮਰੇ ਦੇ ਵਿੱਚ ਜ਼ਿੰਦਗੀ ਕੈਦ ਹੋ ਕੇ ਰਹਿ ਜਾਂਦੀ ਹੈ। ਇਹਨਾਂ ਨੂੰ ਬਹੁਤਿਆਂ ਨੂੰ ਆਪਣੇ ਛੱਡ ਚੁੱਕੇ ਹੁੰਦੇ ਆ, ਸਮਾਜ ਛੱਡ ਚੁੱਕਿਆ ਹੁੰਦਾ, ਕੋਈ ਇਹਨਾਂ ਦੇ ਨੇੜੇ ਨਹੀਂ ਲੱਗਣਾ ਚਾਹੁੰਦਾ। ਜਿਸ ਦਿਨ ਵੀਰ ਜੀ ਮੇਰੇ ਜ਼ਖਮ ਦੇ ਵਿੱਚ ਕੀੜੇ ਪਏ ਸੀਗੇ, ਕੋਈ ਵੀ ਨਹੀਂ ਆਉਂਦਾ ਸੀਗਾ। ਸਮੈਲ ਗੀਟਾਂ ਤੱਕ ਜਾਣ ਲੱਗੀ ਸੀਗੀ। ਵੀਹੀਂ ਵਾਲੇ ਜਾਂ ਗਵਾਂਢ ਦੇ ਕਹਿਣ ਲੱਗੇ ਸੀਗੇ ਵੀ ਬਚਣਾ ਨਹੀਂ ਹੈਗਾ। ਇਹ ਤੁਹਾਨੂੰ ਦੇਖਣ 'ਚ ਕੰਪਲੀਟ ਲੱਗ ਰਿਹਾ ਹੋਣਾ ਕਿਸੇ ਨੂੰ, ਲੇਕਿਨ ਇਹ ਸੀ ਲੈਵਲ ਦੀ ਇੰਜਰੀ ਹੈ। ਇਹਦੇ ਹੱਥ ਨਹੀਂ ਕੰਮ ਕਰਦੇ, ਇਹ ਚਮਚਾ ਵੀ ਨਹੀਂ ਫੜ ਸਕਦੇ, ਇਹਦੇ ਹੱਥ ਨਹੀਂ ਕੰਮ ਕਰਦੇ। ਇਹ ਇਸ ਸੱਟ ਦੇ ਬਾਰੇ ਸਮਾਜ ਦੇ ਵਿੱਚ ਜਾਣਕਾਰੀ ਨਹੀਂ ਹੈ, ਅਵੇਅਰਨੈਸ ਨਹੀਂ ਹੈ। ਇਹ ਸੀ ਲੈਵਲ ਦੀ ਇੰਜਰੀ ਹੈ। ਪਾਣੀ ਨੂੰ ਦੇਖ ਕੇ ਤਰਸਦਾ ਰਿਹਾ ਸੀ। ਕਈ ਵਾਰੀ ਮੈਨੂੰ 3-3 4-4 ਘੰਟੇ ਪਾਣੀ ਨਹੀਂ ਪੀਂਦਾ ਸੀਗਾ ਮੈਂ। ਕਈ ਵਾਰੀ ਸਾਰਾ ਦਿਨ ਨਹੀਂ ਪਾਣੀ ਪੀਂਦਾ ਸੀਗਾ, ਤਾਂ ਪਾਣੀ ਨੂੰ ਦੇਖ ਕੇ ਬੜਾ ਤਰਸਦਾ, ਰੋ ਵੀ ਲੈਂਦਾ ਸੀਗਾ ਮੈਂ। ਇਹ ਟ੍ਰੇਨ ਲੰਘਣ ਲੱਗਿਆ ਸੀ, ਫਾਟਕ ਲੱਗੇ ਹੋਏ ਸੀ, ਦੋਸਤ ਦੇ ਨਾਲ ਸੀਗਾ ਵੀ ਇਹ ਲੰਘਣ ਲੱਗਿਆ ਤੇ ਇਹਨੇ ਦੇਖਿਆ ਨਹੀਂ, ਸਾਹਮਣੇ ਇੰਜਣ ਆ ਰਿਹਾ ਸੀ, ਉਹ ਨਾਲ ਘੜੀਸ ਕੇ ਲੈ ਗਿਆ ਸੀ ਇਹਨੂੰ। ਰਿਸ਼ਤੇਦਾਰਾਂ ਨੇ ਵੀ ਸਾਥ ਛੱਡਤਾ ਸੀਗਾ ਵੀ ਇਹ ਪੈਸੇ ਨਾ ਮੰਗ ਲੈਣ ਸਾਡੇ ਤੋਂ, ਜਾਂ ਸਾਨੂੰ ਨਾਲ ਨਾ ਲੈ ਕੇ ਕਹਿਣ ਇੱਦਾਂ ਵੀ ਅਸੀਂ ਜਾਵਾਂਗੇ। ਉੱਥੋਂ ਲੈਣ ਗਏ ਸੀ ਤਾਂ ਇਹਨਾਂ ਦੇ ਜ਼ਖਮਾਂ ਦੇ ਵਿੱਚੋਂ ਕੀੜੇ ਨਿਕਲ ਕੇ ਇਹਨਾਂ ਦੇ ਬੈੱਡ ਦੇ ਵਿੱਚ ਤੁਰ ਰਹੇ ਸੀਗੇ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਤੁਹਾਡਾ ਇੱਕ ਸ਼ੇਅਰ ਕਈ ਲੋਕਾਂ ਦੀਆਂ ਜਾਨਾਂ ਬਚਾ ਸਕਦਾ ਹੈ ਤੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਸਵਾਰ ਸਕਦਾ ਹੈ। ਅੱਜ ਗੱਲਬਾਤ ਕਰਾਂਗੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਕੋਈ ਗੱਲ ਨਹੀਂ ਕਰਦਾ, ਸੋਸਾਇਟੀ ਵੀ ਤੇ ਉਹਨਾਂ ਦੇ ਆਪਣੇ ਵੀ ਉਹਨਾਂ ਦਾ ਸਾਥ ਛੱਡ ਜਾਂਦੇ ਨੇ। ਇੱਕ ਇੱਦਾਂ ਦੀ ਬਿਮਾਰੀ ਹੈ ਕਿ ਤੁਸੀਂ ਉਸ ਮਰੀਜ਼ ਨੂੰ ਅੱਖ ਭਰ ਕੇ ਤੱਕ ਨਹੀਂ ਦੇਖ ਸਕਦੇ, ਕਿਉਂਕਿ ਉਹਨਾਂ ਦੇ ਸਰੀਰ ਤੇ ਇੰਨੇ ਵੱਡੇ ਜ਼ਖਮ ਹੁੰਦੇ ਨੇ, ਸਰੀਰ ਤੇ ਇੰਨੇ ਕੀੜੇ ਮਕੌੜੇ ਲੱਗੇ ਹੁੰਦੇ ਨੇ ਕਿ ਤੁਸੀਂ ਉਹਨਾਂ ਦੇ ਨੇੜੇ ਤੱਕ ਨਹੀਂ ਜਾ ਸਕਦੇ। ਕੀ ਕੁਝ ਬਿਮਾਰੀ ਹੈਗੀ ਹੈ, ਗੱਲਬਾਤ ਕਰਾਂਗੇ, ਜਾਣਾਂਗੇ। ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਮੁੱਲਾਪੁਰ ਪਿੰਡ ਦੇ ਵਿੱਚ ਇਹਦਾ ਇਲਾਜ ਕੀਤਾ ਜਾਂਦਾ ਹੈ ਤੇ ਗੱਲਬਾਤ ਕਰ ਲੈਂਦੇ, ਜਾਣ ਲੈਂਦੇ। ਸਮਰ ਨਿਊਜ਼ ਦੀ ਟੀਮ ਉੱਥੇ ਪਹੁੰਚੀ ਹੋਈ ਹੈ। ਇਸ ਸਮੇਂ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਤੇ ਬਿਮਾਰੀ ਬਾਰੇ ਜਾਣਾਂਗੇ ਤੇ ਜਾਣਾਂਗੇ ਕਿ ਸਾਰੀ ਚੀਜ਼ਾਂ ਹੁੰਦੀਆਂ ਕਿੱਦਾਂ ਨੇ। ਭਾਜੀ ਸਭ ਤੋਂ ਪਹਿਲਾਂ ਤਾਂ ਨਾਂ ਕੀ ਹੈ ਤੁਹਾਡਾ ਤੇ ਬਿਮਾਰੀ ਦਾ ਨਾਂ ਕੀ ਹੈ? ਭਾਜੀ ਮੇਰਾ ਨਾਮ ਸਵਰਨਜੀਤ ਸਿੰਘ ਹੈ, ਔਰ ਇਹ ਜੋ ਸੰਸਥਾ ਚੱਲਦੀ ਹੈ ਇਹ ਪਿੰਡ ਰਤਵਾੜਾ ਦੇ ਵਿੱਚ ਚੰਡੀਗੜ੍ਹ PGI ਤੋਂ 6 ਕਿਲੋਮੀਟਰ ਅੱਗੇ ਹੈ, ਉੱਥੇ ਚੱਲਦੀ ਹੈ। ਔਰ ਇਹ ਜੋ ਜਿਹਨੂੰ ਆਪਾਂ ਪਿੰਡਾਂ 'ਚ ਜਾਣਦੇ ਹਾਂ, ਰੀੜ੍ਹ ਦੀ ਹੱਡੀ ਦੀ ਸੱਟ ਹੈ ਨਾ, ਇਹਨੂੰ ਇਸ ਤਰੀਕੇ ਨਾਲ ਜਾਣਦੇ ਨੇ, ਬਟ ਇਹਦਾ ਜੋ ਮੈਡੀਕਲ ਨੇਮ ਹੈ ਉਹ ਸਪਾਈਨਲ ਕੋਰਡ ਇੰਜਰੀ ਹੈ। ਸਾਡੀ ਜੋ ਰੀੜ੍ਹ ਦੀ ਹੱਡੀ ਹੁੰਦੀ ਹੈ ਉਹਦੇ ਅੰਦਰ ਇੱਕ ਕੋਰਡ ਜਾਰੀ ਹੁੰਦੀ ਹੈ ਜੋ ਕਿ ਸਾਡੇ ਇਲੈਕਟ੍ਰੀਕਲ ਸਿਗਨਲ ਲੈ ਕੇ ਸਾਰੀ ਬੋਡੀ ਦੇ ਵਿੱਚ ਜਾਂਦੀ ਹੈ। ਜਦੋਂ ਕੋਰਡ ਡੈਮੇਜ ਹੋ ਜਾਂਦੀ ਹੈ ਨਾ, ਤਾਂ ਫਿਰ ਉੱਥੋਂ ਬੋਡੀ ਸੈਂਸੇਸ਼ਨ ਚਲੀ ਜਾਂਦੀ ਹੈ। ਭਾਜੀ ਕਿੱਦਾਂ ਇਹਦੀ ਸ਼ੁਰੂਆਤ ਹੋਈ? ਅਗਰ ਗੱਲਬਾਤ ਕਰੀਏ ਤਾਂ ਪੂਰੇ ਇੰਡੀਆ ਦੇ ਵਿੱਚ ਗੱਲ ਕਰੀਏ ਜਾਂ ਪੂਰੇ ਵਰਲਡ ਦੇ ਵਿੱਚ ਗੱਲ ਕਰੀਏ ਤਾਂ ਇਹਦਾ ਹਾਲੇ ਤੱਕ ਕੋਈ ਇਲਾਜ ਨਹੀਂ ਹੈਗਾ। ਜੀ ਬਿਲਕੁਲ, ਇਸ ਦਾ ਇਲਾਜ ਨਹੀਂ ਹੈ ਨਾ, ਲੇਕਿਨ ਇਹ ਗੱਲ ਤੁਹਾਨੂੰ ਕੋਈ ਨਹੀਂ ਦੱਸੇਗਾ। ਕਿਸੇ ਵੀ ਚਾਹੇ ਪ੍ਰਾਈਵੇਟ ਵੱਡੇ ਤੋਂ ਵੱਡੇ ਹਸਪੀਟਲ ਚਲ ਜਾਓ, ਤੁਹਾਨੂੰ ਗਵਰਨਮੈਂਟ ਅਦਾਰੇ ਚਲ ਜਾਓ, ਇਸ ਸੱਟ ਬਾਰੇ ਕੋਈ ਜਾਣਕਾਰੀ ਦਿੰਦਾ ਹੀ ਨਹੀਂ ਹੈ। ਸਮਾਜ ਦੇ ਵਿੱਚ ਇਸ ਦੇ ਬਾਰੇ ਅਵੇਅਰਨੈਸ ਹੀ ਨਹੀਂ ਹੈ। ਸੋ ਬੜੀ ਮੁਸ਼ਕਿਲ ਆਉਂਦੀ ਹੈ ਇਸ ਲਈ। ਔਰ ਇਸ
ਪ੍ਰੋਜੈਕਟ ਦੀ ਸੇਵਾ ਦੀ ਸ਼ੁਰੂਆਤ ਹੋਈ ਸੀ ਲਗਭਗ 3 ਸਾਲ ਪਹਿਲਾਂ। 6 ਸਾਲ ਸੰਸਥਾ ਨੂੰ ਵੱਖ-ਵੱਖ ਸੇਵਾਵਾਂ ਦੇ ਵਿੱਚ ਸਹਿਯੋਗ ਕਰਦੇ ਹੋ ਗਏ ਹੈ। ਇਸ ਪ੍ਰੋਜੈਕਟ ਦੀ ਜੋ ਸ਼ੁਰੂਆਤ ਹੋਈ ਸੀ ਲਗਭਗ 3 ਸਾਲ ਪਹਿਲਾਂ ਹੋਈ ਸੀ ਔਰ ਮੇਰੇ ਮਦਰ ਨੇ ਉਹ 9 ਸਾਲ ਤੋਂ ਚੈਸਟ ਤੋਂ ਥੱਲੇ ਉਹਨਾਂ ਦੀ ਕੋਈ ਸੈਂਸੇਸ਼ਨ ਨਹੀਂ ਹੈ ਤੇ ਉਹਨਾਂ ਨੂੰ ਲੈ ਕੇ ਵੱਖ-ਵੱਖ ਹਸਪਤਾਲਾਂ ਵਿੱਚ ਜਾਂਦੇ ਸੀਗੇ, ਬਟ ਬੈੱਡ ਸੋਰ ਵਧੀ ਜਾ ਰਿਹਾ ਸੀਗਾ, ਕੋਈ ਸਮਝ ਨਹੀਂ ਆ ਰਿਹਾ ਸੀ ਕਰੀਏ ਕਿਆ, ਕੋਈ ਜਾਣਕਾਰੀ ਨਹੀਂ ਦਿੰਦਾ ਸੀਗਾ। ਇਹ ਐਕਸਪਲੋਇਟੇਸ਼ਨ ਦਾ ਦੌਰ ਮੈਂ ਪਰਸਨਲ ਹੰਢਾਇਆ ਹੋਇਆ ਹੈ ਔਰ ਯਕੀਨ ਮੰਨੋ ਇਹਨਾਂ ਨੂੰ ਇੰਨੇ ਸਾਲ ਹੀ ਧੁੱਪ ਤੱਕ ਦੇਖੇ ਹੋ ਜਾਂਦੇ, ਇਹਨਾਂ ਨੇ ਧੁੱਪ ਤੱਕ ਨਹੀਂ ਦੇਖੀ ਹੁੰਦੀ, ਕਮਰੇ ਦੇ ਵਿੱਚ ਜ਼ਿੰਦਗੀ ਕੈਦ ਹੋ ਕੇ ਰਹਿ ਜਾਂਦੀ ਹੈ। ਉਹਨਾਂ ਹਾਲਾਤਾਂ ਦੇ ਵਿੱਚ ਪਹੁੰਚਦੇ ਹੈ, ਇਹਨਾਂ ਨੂੰ ਬਹੁਤਿਆਂ ਨੂੰ ਆਪਣੇ ਛੱਡ ਚੁੱਕੇ ਹੁੰਦੇ ਹੈ, ਸਮਾਜ ਛੱਡ ਚੁੱਕਿਆ ਹੁੰਦਾ ਹੈ, ਕੋਈ ਇਹਨਾਂ ਦੇ ਨੇੜੇ ਨਹੀਂ ਲੱਗਣਾ ਚਾਹੁੰਦਾ। ਇਹ ਬਹੁਤ ਹੀ ਔਖੀ ਅਵਸਥਾ ਹੈ। ਚਲੋ ਉਹ ਵੀ ਦੇਖ ਲੈਂਦੇ ਹਾਂ, ਇੱਥੇ ਹੀ ਹੈਗੇ ਪੇਸ਼ੈਂਟ ਤਾਂ ਆਪਾਂ ਦੇਖ ਲੈਂਦੇ ਹਾਂ ਕਿੱਥੋਂ ਪੇਸ਼ੈਂਟ ਆਏ ਹੋਏ ਨੇ। ਇਹ ਸੰਦੀਪ ਜੀ ਹੈ, ਪਾਣੀਪਤ ਹਰਿਆਣਾ ਤੋਂ ਬਿਲੋਂਗ ਕਰਦਾ ਹੈ ਔਰ ਇਹਨਾਂ ਨੇ ਵੀ ਇਹੀ ਐਕਸਪਲੋਇਟੇਸ਼ਨ ਦਾ ਦੌਰ ਆਪਣੇ ਉੱਪਰ ਹੰਢਾਇਆ ਹੋਇਆ। ਲੱਖਾਂ ਰੁਪਏ ਦਿਨ ਰਾਤ ਹਸਪਤਾਲਾਂ 'ਚ ਧੱਕੇ ਖਾਣੇ, ਹੈ ਨਾ, ਇਹਨਾਂ ਨੇ ਦੌਰ ਆਪਣੇ ਉੱਪਰ ਹੰਢਾਇਆ ਹੋਇਆ। ਤੁਸੀਂ ਗੱਲਬਾਤ ਕਰਕੇ ਦੇਖੋ, ਆਪਣੀ ਸਟੋਰੀ ਉਹ ਆਪ ਹੀ ਦੱਸਣਗੇ। ਜਦੋਂ ਇਹ ਇੱਥੇ ਆਏ ਸੀਗੇ ਕਿਹੜੀ ਕੰਡੀਸ਼ਨ ਦੇ ਵਿੱਚ ਸੀਗੇ, ਕਿੱਦਾਂ ਆਏ ਸੀਗੇ, ਕਿੱਦਾਂ ਉਹਨਾਂ ਨੂੰ ਪਤਾ ਲੱਗਾ? ਇਹਨਾਂ ਦਾ ਸਾਡਾ ਜੋ ਵਰਡ ਸਪਰੈਡ ਹੁੰਦਾ ਹੈ ਸੋਸ਼ਲ ਮੀਡੀਆ ਥਰੂ ਹੁੰਦਾ ਹੈ ਔਰ ਤੁਹਾਡੇ ਵਰਗੇ ਵੀਰ ਭੈਣ ਜੋ ਮੀਡੀਆ ਥਰੂ ਕਵਰੇਜ ਕਰਕੇ ਜਾਂਦੇ ਉਸੇ ਥਰੂ ਲੋਕੀ ਸਾਨੂੰ ਅਪਰੋਚ ਕਰਦੇ ਨੇ ਔਰ ਇਹ ਵੀ ਸਾਨੂੰ ਸੋਸ਼ਲ ਮੀਡੀਆ ਥਰੂ ਹੀ ਅਪਰੋਚ ਕਰਕੇ ਆਏ ਸੀਗੇ ਔਰ ਇਹਨਾਂ ਦੇ ਇੱਕ ਬੈੱਡ ਸੋਰ ਸੀਗਾ, ਗ੍ਰੇਡ 4 ਦਾ ਸੀਗਾ। ਉਸ ਦੇ ਲਈ ਇਹਨਾਂ ਦੀ ਸਰਜਰੀ ਦੀ ਕਾਸਟ ਆ ਰਹੀ ਸੀਗੀ, ਉਹ 4 ਤੋਂ 5 ਲੱਖ ਰੁਪਏ ਆ ਰਹੀ ਸੀ, ਬਟ ਇੱਥੇ ਆ ਕੇ ਇਹ 4 ਮਹੀਨੇ ਰਹੇ ਸੀ ਔਰ ਇਹਨਾਂ ਦਾ ਬੈੱਡ ਸੋਰ ਠੀਕ ਹੋਇਆ ਵਿਦਆਊਟ ਐਨੀ ਸਿੰਗਲ ਪੈਨੀ। ਉਸ ਤੋਂ ਪਹਿਲਾਂ ਇਹਨਾਂ ਦਾ ਟ੍ਰੀਟਮੈਂਟ ਕਿੱਥੇ ਚੱਲ ਰਿਹਾ ਸੀ, ਕਿਹੜੀ ਜਗ੍ਹਾ ਇਹਨਾਂ ਨੇ ਟ੍ਰੀਟਮੈਂਟ ਕਰਾਇਆ ਆਪਣਾ, ਤੇ ਕਿੱਥੋਂ ਕਦੋਂ ਤੋਂ ਇਹਨਾਂ ਨੂੰ ਦਿੱਕਤ ਹੈਗੀ ਹੈ? ਇਹਨਾਂ ਨੂੰ ਸ਼ਾਇਦ 10 ਸਾਲ ਤੋਂ ਦਿੱਕਤ ਹੈ ਔਰ ਇਹਨਾਂ ਨੇ ਦਿੱਲੀ ਤੋਂ ਲੈ ਕੇ ਰਾਜਸਥਾਨ ਤੋਂ ਲੈ ਕੇ ਅਲੱਗ-ਅਲੱਗ ਸਟੇਟਾਂ ਦੇ ਹਸਪਤਾਲਾਂ ਵਿੱਚ ਬਹੁਤ ਧੱਕੇ ਖਾਦੇ ਹੈ, ਬਹੁਤ ਲੱਖਾਂ ਰੁਪਏ ਖਰਾਬ ਹੋਇਆ, ਲੇਕਿਨ ਨਹੀਂ, ਬਹੁਤ ਜ਼ਿਆਦਾ ਪੈਸਾ ਖਰਾਬ ਹੋਣ ਦੇ ਬਾਵਜੂਦ ਵੀ ਜਾਣਕਾਰੀ ਨਹੀਂ ਸਹੀ ਤਰੀਕੇ ਨਾਲ ਮਿਲ ਪਾਉਂਦੀ। ਹੋਰ ਕਿਹੜੇ ਜਿੱਦਾਂ ਤੁਹਾਨੂੰ ਤੁਸੀਂ ਇਹਨਾਂ ਦੀ ਹਾਲਤ ਜਿਹੜੀ ਹੈ ਉਹ ਦੱਸਤੀ, ਤੇ ਹੋਰ ਕਿਹੜੀ ਹਾਲਤ ਦੇ ਵਿੱਚ ਹੈਗੇ ਨੇ ਲੋਕ, ਕਿਹੜੀ ਕੰਡੀਸ਼ਨ ਦੇ ਵਿੱਚ ਹੈਗੇ ਨੇ ਲੋਕ? ਛੱਤੀਸਗੜ੍ਹ ਤੋਂ ਪਿੰਟੂ ਸਾਹੂ ਹੈ। ਅਸੀਂ ਸੋਸ਼ਲ ਮੀਡੀਆ 'ਤੇ ਆਪਣੇ ਵੀਡੀਓਜ਼ ਬਣਾਉਂਦੇ ਹਾਂ ਔਰ ਇਹਨੇ 90% ਜ਼ਖਮ ਆਪਣੇ ਜੋ ਕਿ ਇਹਦੇ 4 ਗ੍ਰੇਡ 4 ਦੇ ਜ਼ਖਮ ਸੀਗੇ, 90% ਜ਼ਖਮ ਇਹਨੇ ਵੀਡੀਓਜ਼ ਦੇਖ ਕੇ ਹੀ ਠੀਕ ਕਰ ਲਏ ਸੀਗੇ ਔਰ ਹੁਣੇ ਆਇਆ ਹੋਇਆ ਔਰ ਕਾफ़ी ਹੱਦ ਤੱਕ ਇੰਡੀਪੈਂਡੈਂਟ ਹੋ ਗਿਆ, ਆਪਣੇ ਮਲ ਮੂਤਰ ਦਾ ਤਿਆਗ ਖੁਦ ਕਰਦਾ ਹੈ ਔਰ ਰੋਜ਼ਮर्रा ਦੇ ਕੰਮ ਆਪਣੇ ਖੁਦ ਕਰ ਪਾਉਂਦਾ ਹੈ। ਜਦੋਂ पहले सीगा, चलो गलबात कर लेने। आपका सबसे पहले नाम क्या, आपको पता कैसे लगा, कहाँ से आए हो आप? सत श्रीकाल भैया जी, मैं छत्तीसगढ़ से आया हूँ। मेरा नाम पिंटू राम साहू है। मैं जो सोशल मीडिया में जो हमारा बहुत से ग्रुप है, SCI ग्रुप, उसके थ्रू से जो फेसबुक में इसका वीडियो वायरल हुआ था, उससे हमें पता चला, जिसके मैं भैया को फ़ोन किया। तो उसके बाद से मैं पहले तो 6 महीने तक किसी कारण से नहीं आ सका, लेकिन वहाँ के मैं यहाँ के जो ट्रीटमेंट से, जो यहाँ के पेशेंट से, उससे मैं बात करते करते कि कैसे होता है, यहाँ क्या होता है, उससे मैं अपने घर पे वो दवाई लाके मैं ठीक किया उसको। फिर भैया को मैं बताया ऐसा है करके, फिर आया मैं वहाँ, फिर से मेरा थोड़ा सी जख्म बचा था, उसको मैं ठीक किया। फिर यहीं से मैं अपना सारा चीज़ सीखा, जो लेटरिंग अपने से जाके व्हीलचेयर में बैठ के, यहाँ मेरे को एक व्हीलचेयर भी दिया गया है, इसमें वहाँ पे जाके मैं अपना लेटरिंग बाथरूम सारा चीज़, आज मैं अपना कपड़ा हर चीज़ अपने से कर लेता हूँ। मुझे किसी का पहले कैसी हालत थी आपकी? सर जी, मैं 8 साल से SCI हूँ। मैं 5 साल तक सिर्फ एक बेड में ही घर पे ही रहता था। 5 साल तक मेरा जो पड़ोसी के जो छोटे बच्चे, वो भी मेरे को पहचान नहीं पाते हैं, है ना। तो ऐसा मैं जीवन बिताया। जब मेरे हाथ में मोबाइल भी नहीं था उस समय, सोशल मीडिया मेरे बहन और मेरे भाई ने मेरे को ख़रीद के मोबाइल दिया। फिर मैं उससे जाना कि ये व्हाट्सअप, फेसबुक, ये सारा चीज़ क्या होता है। फिर उसके थ्रू से मैं ये सारा सब, अब सोशल मीडिया में अब बहुत सारे मित्र हो गए, अब बहुत अच्छे लगते हैं। सोशल मीडिया तो आपने देखा, 5 साल एक कमरे में रहे, कितना टाइम होगा तो धूप को देखे, बाहर देखे कि बाहर कैसा होता है। मैं धूप का नज़ारा ही नहीं देख सकता था। मेरे घर पे जो कच्चा मकान है, झोपड़ है, वहीं पे ही रहता था। और मेरा जो पिताजी है वो भी लकवे का शिकार है, वो भी ब्रेन हेमरेज है मेरे पिताजी। घर का हालत ऐसा है, कोई अगर आ जाए एक बार, उसका जो बोलना रहता है वो भी बंद हो जाता है। ऐसा मेरे घर की स्थिति है अभी फ़िलहाल। घर भी कच्चा मकान है, अभी बनाए हैं। घर में पूरा घर मेरा टूट गया था, सोशल मीडिया में उसको डाला भी है।
मेरा घर पूरा टूट गया था, उसको अब वो बन गया 2 रूम का। अब थोड़ा सा अच्छा है अभी हालात घर के। तो पहले और चल फिर नहीं सकते थे, कुछ भी अपने तरीके से नहीं कर सकते थे। मैं अपने से कुछ भी नहीं कर सकता था, सिर्फ अब मेरा शरीर के 25% बस चलता है यहाँ से, है ना सर। यहाँ तक ऊपर तक हाँ ऊपर बस चलता है। बस इतना ही चलता है, बाकी कुछ भी नहीं चलता इधर का। नीचे का हाँ, बिल्कुल नहीं कुछ चलता। भी नहीं चेस्ट इधर। के नीचे, चेस्ट के नीचे कुछ नहीं चलता। चेस्ट के नीचे कुछ भी नहीं चलता। एक है हमारा सीआई जिसे हम बोलते हैं, आज ये सीआई शब्द अभी अभी ये स्टार्ट, पहले बस इतना बोलता है कि रीढ़ की हड्डी टूट गया, पता नहीं चलता, इतना ही बोलते हैं। अब तो इसका बहुत सारा सोशल मीडिया के थ्रू से जानने लग गए हैं, अब बताते भी है बहनें सभी लोग इसके बारे में अच्छे से हैं। तो जब यहाँ आए थे तो हालत कैसी थी, तो अब कैसी हालत है? कितने टाइम में कितना फ़र्क मिला आपको? बस अब यही बोलेंगी कि चलती ज़िंदगी पर किस्मत ने मारा था थोड़ा, शरीर रुक गया पर मन न रुका। ये मन मुझसे कहने लगा अब क्या करेगा तू। मैं मन से कहा कुछ नया करूँगा, नया करूँ। बस एक उम्मीद जग गई है कुछ नया करने का, बस यही है भैया जी। ਤੇ ਹੋਰ ਵੀ ਇੱਥੇ ਪੇਸ਼ੈਂਟ ਹੈਗੇ ਆ, ਗੱਲਬਾਤ ਕਰ ਲੈਂਦੇ ਆ ਇਹਨਾਂ ਨਾਲ ਗੱਲਬਾਤ ਕਰ ਲਈ। ਬਲਰਾਮ ਹੈ ਰਾਜਸਥਾਨ ਤੋਂ ਹੈ ਔਰ ਜਦ ਇਹ ਆਇਆ ਸੀਗਾ ਇਹਦਾ ਇੱਕ ਪੈਰ ਜੋ ਤੁਸੀਂ ਹਾਲਤ ਦੇਖ ਰਹੇ ਹੋ ਇਸ ਤੋਂ 10 ਗੁਣਾ ਵੱਡਾ ਸੀ ਇੱਕ ਪੈਰ, ਮਤਲਬ ਕਿ ਆਲਮੋਸਟ ਤੁਸੀਂ ਕਹਿੰਦੇ ਐਡਾ ਵੱਡਾ ਪੈਰ ਸੀਗਾ ਔਰ ਬਹੁਤ ਹੀ ਬੁਰੀ ਕੰਡੀਸ਼ਨ ਸੀ। ਸਾਨੂੰ ਸਮਝ ਨਹੀਂ ਆ ਰਿਹਾ ਸੀਗਾ ਇਹਦੀ ਸਫਾਈ ਕਿੱਥੋਂ ਸ਼ੁਰੂ ਕਰੀਏ। ਚੀਂਟੀਆਂ ਬਹੁਤ ਖਾ ਜਾਂਦੀਆਂ ਸੀ ਇਹਨੂੰ, ਚੂਹੇ ਖਾ ਜਾਂਦੇ ਸੀਗੇ। ਈਵਨ ਇੱਕ ਟਾਈਮ ਜ਼ਿੰਦਗੀ ਦਾ ਦੌਰ ਇੱਦਾਂ ਦਾ ਆਇਆ, ਇਹ ਰਾਜਸਥਾਨ ਦੇ ਵਿੱਚ ਜੈਪੁਰ ਦੇ ਵਿੱਚ ਮੈਂਟਲ ਹਸਪੀਟਲ 'ਚ ਜਾ ਕੇ ਰਹਿਣ ਲੱਗ ਗਿਆ ਸੀਗਾ। ਉੱਥੇ ਤੁਸੀਂ ਸਮਝ ਸਕਦੇ ਹੋ ਜੋ ਪੇਸ਼ੈਂਟਸ ਹੋਣਗੇ ਉਹ ਦਿਮਾਗੀ ਪੇਸ਼ੈਂਟਸ ਹੋਣਗੇ, ਉਹ ਵਾਇਲੈਂਟ ਵੀ ਹੁੰਦੇ ਆ, ਉਹ ਆ ਕੇ ਅਲੱਗ-ਅਲੱਗ ਹਰਕਤਾਂ ਕਰਦੇ ਸੀ ਔਰ ਬੜਾ ਪਰੇਸ਼ਾਨ ਸੀਗਾ ਇਹ ਬਹੁਤ ਵਨ ਆਫ ਦਾ ਵਰਸਟ ਕੰਡੀਸ਼ਨ ਦੇ ਵਿੱਚ ਆਇਆ ਸੀ ਬਲਰਾਮ, ਬਹੁਤ ਪਰੇਸ਼ਾਨ ਸੀਗਾ। ਸੋ ਗੱਲਬਾਤ कर लेने। हाँ बलराम जी, कहाँ से आए हो और कितना टाइम हुआ था? पैरों पे क्या हुआ था आपके? मेरे को तकरीबन 9 साल हो गए। मेरी रीढ़ की हड्डी में चोट लगी हुई है। मैं जोधपुर काम कर रहा था, तो मेरे पैरों में मान लो कि बहुत गंदी हालत थी। यहाँ आया तब बहुत कैसी गंदी हालत थी? क्या सूजे हुए थे, उसमें पैर हुए फटे हुए थे। जैसे मान ले कि आदमी देखता तो भी इसके पैरों की हुआ क्या है, जैसे दरख्त का एक टहना होता है ना, उस साइज के पैर थे। इतना मोटा पैर हो गया था? खतरनाक थे। हाँ, उसमें कीड़े वगैरह सब कुछ पड़े हुए थे। कीड़े अंदर ही थे? अंदर ही पैर के अंदर ही? बिल्कुल कीड़े अंदर मकोड़े लगे थे? कीड़े मकोड़े अंदर भी लगे हुए थे। बहुत गंदी हालत थी। तो जब आपने इनसे बात करी तो उस समय हालात आपके काफ़ी बहुत खतरनाक हालत थी। उसके बाद इन्होंने बताया कि आप मेंटल हॉस्पिटल में जाके रहे? नहीं, वो मेरा खुद का आइडिया था। मैं पहले इस यहाँ से मान लो संपर्क करने से पहले मान लो मेंटल हॉस्पिटल में मेरी मम्मी जी सब दुखी हो गए, कीड़े वगैरह पड़ गए, तो मैं खुद टूट गया। मैम को तो मरना ही है, मर जाएंगे ऐसे भी। फिर मैंने वो पागल खाने में वहाँ चले गए। वहाँ फिर डॉक्टरों ने 1-2 दिन तो अच्छी केयर की। उसके बाद में उन्होंने भी छोड़ दिया, बोलिए तो मरने वाला ही है, 2-4 दिन में मर जाएगा। उसके बाद में फिर मैं दोबारा घर पर आ गया। फिर यहाँ मनीष भैया से मैंने, वो एक दोस्त था उसने नंबर दिया था, बोले तुम इस पर कॉल करो तो ये तुम्हें अच्छे कर सकती हैं। तो उसके बाद में फिर मेरे अंकल जी थे, उन्होंने बोला ये ऐसे नहीं है, ये नहीं है, वहाँ मत जाओ, वहाँ मत जाओ। फिर मैंने मुझको चलो मरना तो है ही है, फिर चलते हैं एक बार देखते हैं, उसके बाद में देखेंगे। फिर मैं यहाँ आया तो मुझे बहुत खुशी हुई। बलराम आए कहाँ से हो? मैं राजस्थान से आया हूँ। राजस्थान से। तो बलराम कितना मुश्किल रहता है इस बीमारी में? आपने बताया कि पैरों पे आपके कीड़े तक लगे हुए थे, तो उसके बाद एक सोसाइटी होती है, लोग होते हैं जो आपको देखते हैं, आपसे बात करते हैं, गरीब परिवार वाले होते हैं, फैमिली और रिश्तेदारी होती है, तो कोई बुलाता था आपको उस टाइम? नहीं, कोई पास भी नहीं करता था। वो उसमें बदबू आ रही है, दूर रखो, बीमारी है उसमें, और है। मेरे पैर खतरनाक इतने थे भी, दूसरे सोचता था भी इसको अलग बीमारी है कोई, तो कोई पास ही नहीं आ रहा था। अब क्या करें, उसमें मान लीजिए यहाँ आया था, यहाँ ये भैया जी दीदी जी ने सब अच्छी तरह पहले नहलाया। उसके बाद में फिर मान लो कि धीरे धीरे सेट हो गया। अब मैं यहाँ तीसरी बार आया हूँ, मुझे बहुत खुशी हो रही है यहाँ आने के बाद। जिंदगी में लगा के आगे कुछ कर सकते हो, कुछ उम्मीद जागी? बिल्कुल आराम से। अब भैया से वो बोल रहे हैं, दीदियाँ बता रही हैं भी ये करोगे तो आपको आगे में फ़ायदा होने वाला है, तो वैसे ये बताते रहते हैं, उसको फॉलो करते रहते हैं, तो धीरे धीरे आगे बढ़ते रहें। रीढ़ की हड्डी कब खराब हुई थी बलराम आपकी? 2013 में चोट लगी थी मुझे। मैं लाइट का काम कर रहा था तो पोल से नीचे गिर गया, उसके बाद में ये टूट गई। डॉक्टरों ने बोला 6 महीने का ट्रीटमेंट है, ठीक हो जाओगे। तो क्या गवर्नमेंट जॉब पे थे उस टाइम, बिजली नहीं, बोर्ड में या प्राइवेट फिर जॉब, प्राइवेट में? हाँ प्राइवेट जॉब थी।
तो अब जिंदगी में नई उमंग जागी है। अब ज़िंदगी में नहीं कुछ करने की जागी, सोच रहे हैं भी कुछ करेंगे अब तो वैसा क्या लगा। सोचा कि कुछ सोचा होगा कि आने वाले समय में ये करेंगे? नहीं आने वाले समय में देखते हैं। अभी आर्चरी सीखने का शौक चढ़ा हुआ है, अभी निशानेबाजी सीख रहा हूँ। निशानेबाजी सीखनी? हाँ, मुझे उसका शौक बहुत ज़्यादा है, तो वो सीखने का मन कर रहा है। तो दीदियों से पूछता रहता हूँ, उसके बारे में बताते हैं तो मुझे अच्छा लगता है। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।